ਸਭ ਤੋਂ ਪਹਿਲਾਂ ਐਮਿਸ਼ਨ ਜਿਹੜਾ ਵਰਡ ਹੈ ਉਹ ਸਮਝਦੇ ਹਾਂ। ਐਮਿਸ਼ਨ ਦਾ ਮਤਲਬ ਹੁੰਦਾ ਹੈ ਟੂ ਰਿਲੀਜ਼, ਟੇਕ ਆਊਟ, ਕੋਈ ਚੀਜ਼ ਕੱਢ ਲੈਣਾ, ਉਹਦਾ ਰਿਲੀਜ਼ ਕਰ ਦੇਣਾ, ਐਮਿਸ਼ਨ ਕਰ ਦੇਣਾ। ਹੁਣ ਜਿਵੇਂ ਸਾਡੇ ਐਗਜ਼ਾਮਪਲ 'ਚ ਅਸੀਂ ਦੋ ਮੈਗਨੇਟ ਲਏ ਹੋਏ ਹਨ। ਨਾਰਥ ਐਂਡ ਸਾਊਥ ਦਾ ਪਾਸਾ ਮਿਲਿਆ ਹੋਇਆ ਹੈ ਕਿਉਂਕਿ ਇਹ ਅਟਰੈਕਟ ਕਰਦੇ ਹਨ, ਕੁਝ ਅਟਰੈਕਟਿਵ ਫੋਰਸ ਇਹਨਾਂ ਦੇ ਵਿੱਚ ਹੁੰਦੀ ਹੈ। ਹੁਣ ਇਹਨਾਂ ਨੂੰ ਮੈਂ ਤੁਹਾਨੂੰ ਕਹਾਂ ਕਿ ਇਹਨਾਂ ਨੂੰ ਅਲੱਗ ਕਰੋ, ਇਹਨਾਂ ਨੂੰ ਸੈਪਰੇਟ ਕਰੋ, ਇਹਨਾਂ ਨੂੰ ਰਿਲੀਜ਼ ਕਰੋ, ਐਮਿਟ ਕਰ ਦਿਓ, ਤਾਂ ਅਸੀਂ ਕਿੱਦਾਂ ਕਰ ਸਕਦੇ ਹਾਂ? ਹੁਣ ਤੁਸੀਂ ਕਹੋਗੇ ਸਰ ਥੋੜ੍ਹੀ ਜਿਹੀ ਦੂਰੀ ਬਣਾਉਣੀ ਪੈਣੀ ਹੈ, ਮਿਨੀਮਮ ਕੋਈ ਦੂਰੀ ਹੋਣੀ ਚਾਹੀਦੀ ਹੈ। ਹੁਣ ਉੱਦਾਂ ਹੀ ਮੈਂ ਇੱਕ ਯੈਲੋ ਕਲਰ ਦੀ ਲਾਈਨ ਇੱਥੇ ਲਾਈ ਹੋਈ ਹੈ। ਇਹਦਾ ਮਤਲਬ ਅਸੀਂ ਮੰਨਿਆ ਹੋਇਆ ਹੈ ਜੇ ਇਸ ਤੋਂ ਗਾਂਹ ਅਸੀਂ ਲੈ ਗਏ ਤਾਂ ਮੈਗਨੇਟ ਰਿਲੀਜ਼ ਹੋ ਜਾਏਗਾ। ਜਿਹੜਾ ਉੱਪਰ ਵਾਲਾ ਮੈਗਨੇਟ ਹੈ ਉਹ ਕੋਈ ਵੀ ਅਟਰੈਕਟਿਵ ਫੋਰਸ ਮਹਿਸੂਸ ਨਹੀਂ ਕਰੇਗਾ। ਨਾਓ ਫॉर दिस, क्या अपने आप हो जाएगा? नहीं सर, वी नीड टू डू सम वर्क, ਤੁਹਾਨੂੰ ਕੁਝ ਕੰਮ ਕਰਨਾ ਪਵੇਗਾ। ਹੁਣ ਜੇ ਮੈਂ ਇਹਨੂੰ ਖਿੱਚਦਾ ਹਾਂ, ਸਾਊਥ ਵਾਲੇ ਮੈਗਨੇਟ ਨੂੰ ਉੱਪਰ ਲੈ ਜਾਂਦਾ ਹਾਂ, ਯੈਲੋ ਲਾਈਨ ਤੇ ਲੈ ਜਾਵਾਂ ਤੇ ਅਟਰੈਕਟਿਵ ਫੋਰਸ ਖਤਮ। ਬਟ ਯੂ ਨੀਡ ਟੂ ਡੂ ਸਮ ਵਰਕ ਔਨ ਦੈਟ। ਸੋ ਯੂ ਨੀਡ ਟੂ ਡੂ ਸਮ ਵਰਕ ਟੂ ਟੇਕ ਮੈਗਨੇਟ 1 ਆਊਟ ਔਰ emit magnet 1 from the attractive force of magnet 2। ਹੁਣ ਸਿਮਿਲਰਲੀ ਜੇ ਕਿਸੇ ਐਟਮ ਤੋਂ ਇਲੈਕਟ੍ਰੌਨ ਕੱਢਣਾ ਹੋਵੇ ਤਾਂ ਸਾਨੂੰ ਉਹਦੀ ਅਟਰੈਕਟਿਵ ਫੋਰਸ ਤੋਂ ਲੜਨਾ ਪਵੇਗਾ। ਇਲੈਕਟ੍ਰੌਨ ਬਾਹਰ ਕੱਢਣਾ ਚਾਹਾਂਗੇ ਤਾਂ ਜਿਹੜਾ ਪੋਜ਼ਿਟਿਵ ਚਾਰਜ ਹੈ, ਨਿਊਕਲੀਅਸ ਹੈ, ਉਹ ਉਹਨੂੰ ਵਾਪਸ ਖਿੱਚਣ ਦੀ ਕੋਸ਼ਿਸ਼ ਕਰੇਗਾ। ਸਾਨੂੰ ਕੰਮ ਕਰਨਾ ਪਵੇਗਾ ਉਸ ਅਟਰੈਕਟਿਵ ਫੋਰਸ ਤੋਂ ਲੜਨ ਵਾਸਤੇ, ਜਿੱਦਾਂ ਸਾਨੂੰ ਮੈਗਨੇਟ 'ਤੇ ਕਰਨਾ ਪੈ ਰਿਹਾ ਹੈ। ਤਾਂ ਅਗੇਨ similarly we can understand we need to do some work to take electron out or emit the electron from the surface of the metal। ਇਸ ਸਰਫੇਸ ਉਹੀ ਬਾਉਂਡਰੀ ਹੋ ਗਿਆ, ਇਸ ਤੋਂ ਬਾਹਰ ਤੁਸੀਂ ਇਲੈਕਟ੍ਰੋਨ ਲੈ ਆਏ ਤਾਂ ਉਹ ਐਮਿਟ ਹੋ ਗਿਆ ਜਾਂ ਅਟਰੈਕਟਿਵ ਫੋਰਸ ਤੋਂ ਬਾਹਰ ਹੋ ਗਿਆ। ਹੁਣ ਇਹ ਜਿਹੜੀ ਟਾਸਕ ਹੈ ਇਹ ਮੈਗਨੇਟਸ ਨੂੰ ਸੈਪਰੇਟ ਕਰਨ ਦੀ, ਇਹ ਦੋ ਬੱਚਿਆਂ ਨੂੰ ਦਿੱਤੀ ਜਾਂਦੀ ਹੈ। ਇੱਕ ਕੀ ਕਰਦਾ ਹੈ, ਜਿੰਨੀ ਮਿਨੀਮਮ ਫੋਰਸ ਚਾਹੀਦੀ ਹੈ ਇਹ ਪੀਲੀ ਲਾਈਨ ਤੋਂ ਬਾਹਰ ਕਰਨ ਵਾਸਤੇ ਹੌਲੀ ਹੌਲੀ ਲਾਉਂਦਾ ਹੈ ਅਤੇ ਉੱਥੇ ਪੀਲੀ ਲਾਈਨ ਦੇ 'ਤੇ ਰੁਕ ਜਾਂਦਾ ਹੈ। ਇੱਕ ਬੱਚਾ ਜਿਹੜਾ ਹੈ ਜ਼ਿਆਦਾ ਜ਼ੋਰ ਲਗਾ ਦਿੰਦਾ ਹੈ, ਜ਼ਿਆਦਾ ਕੰਮ ਕਰ ਦਿੰਦਾ ਹੈ, ਤਾਂ ਉਹਦੇ ਕਾਰਨ ਕੀ ਹੁੰਦਾ, ਬੜੀ ਤੇਜ਼ੀ ਨਾਲ ਇਹ ਮੈਗਨੇਟ ਉੱਪਰ ਨੂੰ ਜਾਂਦਾ ਹੈ। ਇਹ ਸਾਡੇ ਨਾਲ ਹੁੰਦਾ ਵੀ ਹੈ ਦਿਨਚਰਿਆ 'ਚ। ਦੇਖੋ ਜਿਵੇਂ ਕੋਈ ਡੱਬਾ ਬਹੁਤ ਟਾਈਟ ਬੰਦ ਹੋਏ, ਅਸੀਂ ਫੋਰਸ ਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਬਹੁਤ ਜ਼ਿਆਦਾ ਫੋਰਸ ਲਗਾ ਦਿੰਦੇ ਹਾਂ ਅਤੇ ਇੱਕਦਮ ਡੱਬਾ ਖੁੱਲ੍ਹ ਜਾਂਦਾ ਹੈ ਅਤੇ ਫਿਰ ਜਿਹੜੀ ਚੀਜ਼ਾਂ ਅੰਦਰ ਹੁੰਦੀਆਂ ਹਨ ਡੁੱਲ ਜਾਂਦੀਆਂ ਹਨ। ਇਹ ਸਾਡੇ ਨਾਲ ਹੁੰਦਾ ਆਇਆ ਹੈ। ਉਸੇ ਤਰ੍ਹਾਂ ਇਸ ਐਗਜ਼ਾਮਪਲ ਨੂੰ ਵੀ ਇੱਕ ਐਨੀਮੇਸ਼ਨ ਦੀ ਤਰ੍ਹਾਂ ਸਮਝੀਏ ਕਿ ਇਹ ਦੋ ਬੱਚੇ ਅਲੱਗ-ਅਲੱਗ ਫੋਰਸਿਸ ਕਿੱਦਾਂ ਲਗਾ ਰਹੇ ਹਨ। ਪਹਿਲਾ ਬੱਚਾ ਕੀ ਕਰ ਰਿਹਾ ਹੈ ਐਂਡ ਸੈਕੰਡ ਬੱਚਾ ਕੀ ਕਰ ਰਿਹਾ ਹੈ। ਹੁਣ ਅਸੀਂ ਪਹਿਲੇ ਬੱਚੇ ਕੋਲ ਚਲੀਏ ਜਿਹੜਾ ਹੌਲੀ ਹੌਲੀ ਜਿਤਨਾ ਕੰਮ ਚਾਹੀਦਾ ਹੈ, ਯਾਨੀ ਕਿ ਘੱਟ ਤੋਂ ਘੱਟ ਜਿੰਨਾ ਕੰਮ ਉਹਨਾਂ ਮੈਗਨੇਟਸ ਨੂੰ ਸੈਪਰੇਟ ਕਰਨ ਵਾਸਤੇ ਚਾਹੀਦਾ ਹੈ ਉਨਾ ਲਾਉਂਦਾ ਹੈ, ਉਨਾ ਹੀ ਕੰਮ ਕਰਦਾ ਹੈ। ਸੋ ਵਾਟ ਹੀ ਇਜ਼ ਡੂਇੰਗ ਇਜ਼ ਸਲੋਲੀ ਪਿਕਿੰਗ ਅਪ ਦਿਸ ਨਾਰਥ ਮੈਗਨੇਟ ਐਂਡ ਪੁਟਿੰਗ ਅਬਵ ਦਾ ਇਮੈਜਿਨਰੀ ਬਾਉਂਡਰੀ, ਜਿਹੜੀ ਅਸੀਂ ਮੰਨੀ ਹੋਈ ਹੈ, ਜਿਹਦੇ ਬਾਅਦ ਫੋਰਸ ਫੀਲ ਨਹੀਂ ਹੁੰਦੀ। ਹੁਣ ਇੱਥੇ ਤੱਕ ਉਹਨੇ ਕੀ ਕੀਤਾ ਹੈ, ਹੀ ਹੈਜ਼ ਅਪਲਾਈਡ ਓਨਲੀ ਮਿਨੀਮਮ ਵਰਕ। ਜਿਤਨਾ ਘੱਟ ਤੋਂ ਘੱਟ ਇਸ ਮੈਗਨੇਟ ਨੂੰ ਸੈਪਰੇਟ ਕਰਨ ਵਾਸਤੇ ਵਰਕ ਚਾਹੀਦਾ ਸੀ, ਐਨਰਜੀ ਚਾਹੀਦੀ ਸੀ, ਉਹੀ ਲਾਈ ਉਹਨੇ। ਹੀ ਇਜ਼ ਅ ਸਮਾਰਟ ਫੈਲੋ, ਹੀ ਇਜ਼ ਡੂਇੰਗ ਮਿਨੀਮਮ ਵਰਕ। ਹੁਣ ਜਿਹੜਾ ਸੈਕੰਡ ਸਟੂਡੈਂਟ ਹੈ ਇਹ ਕੀ ਕਰਦਾ ਪਿਆ ਹੈ, ਇਹ ਜ਼ਿਆਦਾ ਕੰਮ ਕਰ ਦਿੰਦਾ ਪਿਆ ਹੈ। ਜਿੰਨਾ ਚਾਹੀਦਾ ਹੈ, ਮਿਨੀਮਮ ਜਿੰਨਾ ਚਾਹੀਦਾ ਹੈ ਉਸ ਤੋਂ ਵੀ ਜ਼ਿਆਦਾ। ਕੀ ਹੋਏਗਾ, ਇੱਕਦਮ ਉੱਪਰ ਨੂੰ ਇਹ ਨਾਰਥ ਮੈਗਨੇਟ ਚੱਲ ਗਿਆ। ਕਿਆ ਐਮਿਟ ਕਰ ਦਿੱਤਾ? ਯੈਸ। क्या मिनिमम वर्क ਕੀਤਾ? ਹਾਂਜੀ ਉਹ ਕੀਤਾ ਹੈ। ਬਟ ਵਟ ਹੀ ਇਜ਼ ਡੂਇੰਗ ਮੋਰ, ਹੀ ਇਜ਼ ਡੂਇੰਗ ਸਮ ਐਡੀਸ਼ਨਲ ਵਰਕ। ਸਰ ਕਿੱਦਾਂ ਪਤਾ ਲੱਗਿਆ? ਕਿਉਂਕਿ ਅਸੀਂ ਦੇਖਦੇ ਹਾਂ ਇਹ ਮੈਗਨੇਟ ਤਾਂ ਬੜੀ ਵੈਲੋਸਿਟੀ ਲੈ ਕੇ ਉੱਤੇ ਚੱਲ ਗਿਆ। ਯੂ ਹੈਵ ਐਡਡ ਸਮ ਵੈਲੋਸਿਟੀ ਆਲਸੋ। ਪਿਛਲਾ ਸਟੂਡੈਂਟ ਇੱਦਾਂ ਨਹੀਂ ਕਰ ਰਿਹਾ ਸੀ। ਸੋ ਯੂ ਗॉट ਦ ਡਿਫਰੈਂਸ ਬਿਟਵੀਨ ਥੀਸ ਟੂ। ਇਹ ਦੋਨੋਂ ਕਨਸੈਪਟ ਬਹੁਤ ਜ਼ਰੂਰੀ ਹਨ, ਅੱਗੇ ਸਾਨੂੰ ਜ਼ਰੂਰ ਕੰਮ ਆਉਣਗੇ। ਲੈਟ ਅਸ ਰਿਵਾਈਜ਼। ਸੋ ਅਸੀਂ ਦੇਖਿਆ ਜਿਹੜੇ ਪਹਿਲੇ ਕੇਸ 'ਚ ਕੋਈ ਵੀ ਵੈਲੋਸਿਟੀ ਜਨਰੇਟ ਨਹੀਂ ਹੋਈ, ਜਸਟ ਜਿੰਨਾ ਮਿਨੀਮਮ ਵਰਕ ਚਾਹੀਦਾ ਸੀ ਉਹਨਾਂ ਕਰਕੇ ਇਹਨੂੰ ਐਮਿਟ ਕਰ ਦਿੱਤਾ, ਇਸ ਮੈਗਨੇਟ ਨੂੰ ਐਮਿਟ ਕਰ ਦਿੱਤਾ। ਸੈਕੰਡ ਬੱਚੇ ਨੇ ਕਾਫੀ ਜ਼ੋਰ ਲਗਾਤਾ, ਐਡੀਸ਼ਨਲ ਵਰਕ ਕਰਤਾ, ਜਿਹਦੇ ਕਾਰਨ ਕੁਝ ਵੈਲੋਸਿਟੀ ਉਸ ਮੈਗਨੇਟ 'ਚ ਆ ਗਈ। ਹੁਣ ਜਿੱਦਾਂ ਮੈਗਨੇਟ ਸਮਝੇ ਉੱਦਾਂ ਇਲੈਕਟ੍ਰੌਨ ਵੀ ਸਮਝ ਲੈਣੇ ਹਨ।
ਜਿਵੇਂ ਥੱਲੜੇ ਕੇਸ 'ਚ ਕੀ ਹੁੰਦਾ ਪਿਆ ਹੈ, ਮਿਨੀਮਮ ਵਰਕ ਕੀਤਾ ਜਾ ਰਿਹਾ ਹੈ ਜਿੱਥੇ ਕੋਈ ਵੀ ਵੈਲੋਸਿਟੀ ਜਨਰੇਟ ਨਹੀਂ ਹੋ ਰਹੀ, ਤੇ ਉੱਪਰ ਵਾਲੇ ਕੇਸ 'ਚ ਕੀ ਹੋ ਰਿਹਾ ਹੈ, ਸੈਕੰਡ ਕੇਸ 'ਚ ਉਹੀ ਸੈਕੰਡ ਬੱਚਾ ਕੁਝ ਮਿਨੀਮਮ ਵਰਕ ਤਾਂ ਕਰ ਰਿਹਾ ਹੈ, ਉਹਦੇ ਕਾਰਨ ਕੁਝ ਐਡੀਸ਼ਨਲ ਕੰਮ ਵੀ ਕਰ ਰਿਹਾ ਹੈ। ਉਹ ਵਰਕ ਜਾਂ એનર્ਜੀ ਵੀ ਇੱਕ ਵੈਲੋਸਿਟੀ ਦੇ ਰਹੀ ਹੈ ਉਸ ਇਲੈਕਟ੍ਰੋਨ ਨੂੰ। ਤਾਂ ਦੋਨੋਂ ਕੇਸ ਹੋ ਸਕਦੇ ਹਨ, ਕਿਉਂਕਿ ਵਰਕ ਡਿਪੈਂਡ ਕਰੇਗਾ ਤੁਸੀਂ ਜਿੰਨਾ ਕਰੋਗੇ ਉਸ ਹਿਸਾਬ ਨਾਲ ਤੁਹਾਨੂੰ ਰਿਜ਼ਲਟ ਮਿਲ ਸਕਦਾ ਹੈ। ਜੇ ਮਿਨੀਮਮ ਵਰਕ ਕਰੋਗੇ ਤਾਂ ਸਿਰਫ ਜਿਹੜਾ ਹੈ ਇਲੈਕਟ੍ਰੋਨ ਐਮਿਟ ਹੋਏਗਾ, there will be no velocity, but if you do additional work there will be some velocity, and how much it can be, it will depend how much work you are doing। ਅਗਰ ਤੁਸੀਂ ਬੜੀ ਜ਼ਿਆਦਾ ਸ਼ਕਤੀ ਲਗਾਤੀ ਐਕਸਟਰਾ ਤਾਂ ਜ਼ਿਆਦਾ ਵੈਲੋਸਿਟੀ, ਜੇ ਘੱਟ ਸ਼ਕਤੀ ਲਗਾਈ ਤਾਂ ਘੱਟ ਵੈਲੋਸਿਟੀ। ਇਹ ਜਿਹੜਾ ਮਿਨੀਮਮ ਵਰਕ ਹੈ ਜਿਹੜਾ ਫਸਟ ਬੱਚਾ ਕਰ ਰਿਹਾ ਹੈ, ਦਾ ਵਰਕ ਡਨ ਰਿਕੁਆਇਰਡ ਟੂ ਜਸਟ ਐਮਿਟ ਦਾ ਇਲੈਕਟ੍ਰੋਨ, ਇਹਦਾ ਇੱਕ ਸਪੈਸ਼ਲ ਨਾਂ ਹੈ। ਦਿਸ ਮਿਨੀਮਮ ਵਰਕ ਇਜ਼ ਕਾਲਡ ਵਰਕ ਫੰਕਸ਼ਨ। ਇਹ ਡਿਨੋਟ ਕੀਤਾ ਜਾਂਦਾ ਹੈ ਫਾਈ ਨੌਟ ਤੋਂ। ਨੌਟ ਤੇ ਮੈਂ ਯਾਦ ਰੱਖਦਾ ਹਾਂ ਜ਼ੀਰੋ ਵੈਲੋਸਿਟੀ, ਮੀਨਸ ਇੰਨਾ ਕੰਮ ਕਰ ਦਿੱਤਾ ਤਾਂ ਇਲੈਕਟ੍ਰੋਨ ਐਮਿਟ ਹੋਏਗਾ, ਬਟ ਇਟ ਵਿਲ ਨਾਟ ਹੈਵ ਐਨੀ ਵੈਲੋਸਿਟੀ। ਦਿਸ ਇਜ਼ ਦਾ ਮਿਨੀਮਮ ਵਰਕ ਯੂ ਨੀਡ ਟੂ ਡੂ। ਜ਼ਿਆਦਾ ਸੇ ਜ਼ਿਆਦਾ ਕਿੰਨਾ ਵੀ ਕਰ ਸਕਦੇ ਹੋ ਤੁਸੀਂ, ਬਟ ਘੱਟ ਤੋਂ ਘੱਟ ਇੰਨਾ ਤਾਂ ਚਾਹੀਦਾ ਹੈ। ਦੋਨੋਂ ਬੱਚਿਆਂ ਨੇ ਇੰਨਾ ਕੰਮ ਤਾਂ ਕੀਤਾ ਹੀ ਹੈ। ਫਾਈ ਨੌਟ ਦੇ ਜਿਹੜੇ ਯੂਨਿਟ ਹੋਣੇ ਹਨ, ਕਿਉਂਕਿ ਇਹ ਵਰਕ ਹੈ, ਹੋਣੇ ਤਾਂ ਵੈਸੇ ਜੂਲਸ ਚਾਹੀਦੇ ਸੀ, ਕਿਉਂਕਿ ਵਰਕ ਔਰ ਐਨਰਜੀ ਦੇ ਯੂਨਿਟ ਸੇਮ ਹੁੰਦੇ ਹਨ, ਜੂਲਸ, ਬਟ ਵੀ ਆਰ ਯੂਜ਼ਿੰਗ ਹੇਅਰ ਇਲੈਕਟ੍ਰੋਨ ਵੋਲਟਸ। ਸਰ ਇਹ ਸਪੈਸ਼ਲ ਯੂਨਿਟ ਕਿਉਂ? ਅਸੀਂ ਕਨਵਰਟ ਕਰ ਸਕਦੇ ਹਾਂ ਇਲੈਕਟ੍ਰੋਨ ਵੋਲਟ ਨੂੰ ਜੂਲਸ 'ਚ ਕਨਵਰਟ ਕਰ ਸਕਦੇ ਹਾਂ, ਆਰਾਮ ਨਾਲ ਕਰ ਸਕਦੇ ਹਾਂ, ਬਟ ਵਾਈ ਡਿਫਰੈਂਟ ਯੂਨਿਟਸ? ਇਲੈਕਟ੍ਰੋਨ ਵੋਲਟ ਹੀ ਕਿਉਂ ਕਿਹਾ ਸਰ? ਜੂਲਸ 'ਚ ਕਹਿ ਦਿਓ। ਲੈਟ ਅਸ ਡਿਸਕਸ ਵਾਈ ਵੀ ਨੀਡ ਥੀਸ ਯੂਨਿਟਸ। ਹੁਣ ਇਲੈਕਟ੍ਰੋਨ ਨੂੰ ਐਮਿਟ ਕਰਨ ਵਾਸਤੇ ਉਨੀ એનર્ਜੀ ਨਹੀਂ ਚਾਹੀਦੀ ਹੈ ਜਿਹੜੀ ਅਸੀਂ ਰੋਜ਼ਮਰਰਾ ਚਲਾਉਂਦੇ ਆ। ਇਹ ਬਹੁਤ ਹੀ ਛੋਟਾ ਪਾਰਟੀਕਲ ਹੈ, ਇਟ ਇਜ਼ ਅ ਵੈਰੀ ਸਮਾਲ ਪਾਰਟੀਕਲ। ਅਸੀਂ ਬਚਪਨ 'ਚ ਜਦੋਂ ਕੰਘੀ ਰਗੜਦੇ ਸੀ ਸਰ ਤੇ ਫਿਰ ਛੋਟੇ ਛੋਟੇ ਪੇਪਰ ਅਟਰੈਕਟ ਕਰਾਉਂਦੇ ਸੀ, ਉਹ ਇਲੈਕਟ੍ਰੋਨਸ ਦੇ ਲੂਜ਼ ਹੋਣ ਕਾਰਨ ਸੀ। ਕਿੰਨੀ ਘੱਟ ਸ਼ਕਤੀ ਲਾਉਂਦੇ ਸੀ ਔਰ ਉਹਦੇ 'ਚ ਵੀ ਮਿਲੀਅਨਸ ਆਫ ਇਲੈਕਟ੍ਰੋਨਸ ਨਿਕਲ ਜਾਂਦੇ ਹਨ। ਦੇਖੋ, ਤਾਂ ਇਹਦੇ ਕਰਕੇ ਸਾਨੂੰ, ਬਿਕੋਜ਼ ਵੀ ਆਰ ਡੀਲਿੰਗ ਵਿਦ ਵੈਰੀ ਸਮਾਲ ਪਾਰਟੀਕਲਸ, ਸਾਨੂੰ ਯੂਨਿਟ ਵੀ એનર્ਜੀ ਦੇ ਛੋਟੇ ਚਾਹੀਦੇ ਹਨ, ਇਲੈਕਟ੍ਰੋਨ ਵੋਲਟਸ। ਤਾਂ ਹੀ ਕਰਕੇ ਅਸੀਂ ਇੱਕ ਛੋਟਾ ਯੂਨਿਟ ਯੂਜ਼ ਕਰ ਰਹੇ ਹਾਂ। ਹੁੰਦਾ ਕੀ ਹੈ 1 ਇਲੈਕਟ੍ਰੋਨ ਵੋਲਟ? ਜੇ ਤੁਸੀਂ ਕਹੋ ਜੂਲਸ 'ਚ ਹੀ ਚਾਹੀਦਾ ਹੈ ਤਾਂ 1 ਇਲੈਕਟ੍ਰੋਨ ਵੋਲਟ ਵਿਲ ਬੀ ਇਕੁਅਲ ਟੂ 1.6 ਇੰਟੂ 10⁻⁻19 ਜੂਲਸ। ਇਹ ਤਾਂ ਸਰ ਚਾਰਜ ਹੁੰਦਾ ਹੈ ਇਲੈਕਟ੍ਰੋਨ 'ਤੇ। ਯੈਸ, ਉਸੇ ਤਰ੍ਹਾਂ ਸਮਝ ਸਕਦੇ ਹੋ, ਯਾਦ ਰੱਖ ਸਕਦੇ ਹੋ। ਜੇ ਤੁਸੀਂ ਇਲੈਕਟ੍ਰੋਨ ਵੋਲਟ ਨੂੰ ਸਮਝਣਾ ਹੈ ਤਾਂ ਇੱਦਾਂ ਇਮੈਜਿਨ ਕਰੋ ਕਿ ਇੱਕ ਪਲੇਟ ਹੈ, ਮੰਨ ਲਓ ਬੈਟਰੀ ਦੀ, ਠੀਕ ਹੈ, ਉਹਦੇ ਵਿੱਚ ਇੱਕ ਇਲੈਕਟ੍ਰੋਨ ਰੱਖਿਆ ਗਿਆ ਹੈ ਜਿਹੜਾ ਮੈਂ ਫਿਗਰ 'ਚ ਬਣਾਇਆ ਹੋਇਆ ਹੈ। ਹੁਣ ਨੈਗੇਟਿਵ ਪੋਜ਼ੀਟਿਵ ਹੋਣਗੇ ਤਾਂ ਇਸ ਇਲੈਕਟ੍ਰੋਨ ਨੂੰ ਧੱਕਾ ਲੱਗੇਗਾ, ਪੋਜ਼ੀਟਿਵ ਵੱਲ ਜਾਂ ਰਾਈਟ ਸਾਈਡ ਨੂੰ ਖਿੱਚਿਆ ਜਾਏਗਾ, ਨੈਗੇਟਿਵ ਜਿਹੜੇ ਲੈਫਟ ਸਾਈਡ ਵਾਲੇ ਹਨ ਇਹਨੂੰ ਪੁਸ਼ ਕਰਨਗੇ। ਇਹਦੇ ਕਾਰਨ ਇਹਦੀ ਐਕਸਲਰੇਸ਼ਨ ਹੋਏਗੀ, ਇਹਨੂੰ ਕੁਝ ਵੈਲੋਸਿਟੀ ਚੇਂਜ ਹੋਏਗੀ, ਕੈਨੇਟਿਕ એનર્ਜੀ ਇਹ ਗੇਨ ਕਰੇਗਾ, ਕੁਝ એનર્ਜੀ ਗੇਨ ਕਰੇਗਾ। ਜੇ ਇਹ ਪੋਟੈਂਸ਼ੀਅਲ ਡਿਫਰੈਂਸ 1 ਵੋਲਟ ਦਾ ਹੋਵੇ ਤਾਂ ਇਹ ਜਿੰਨੀ ਕੈਨੇਟਿਕ એનર્ਜੀ ਗੇਨ ਕਰਦਾ ਹੈ ਉਹ 1 ਇਲੈਕਟ੍ਰੋਨ ਵੋਲਟ ਹੁੰਦੀ ਹੈ। ਇੱਦਾਂ ਇਹਨੂੰ ਅਸੀਂ ਸਮਝਣਾ ਹੈ, ਯਾਨੀ ਕਿ 1 ਵੋਲਟ ਦੇ ਪਲੇਟਾਂ ਵਿੱਚ ਪੋਟੈਂਸ਼ੀਅਲ ਡਿਫਰੈਂਸ ਹੋਏ 1 ਵੋਲਟ ਦਾ, ਅਤੇ ਵਿੱਚ ਇਲੈਕਟ੍ਰੋਨ ਪਾ ਦਈਏ ਤਾਂ ਉਹਦੀ ਕੁਝ એનર્ਜੀ ਚੇਂਜ ਹੋਏਗੀ ਨਾ, ਉਹ એનર્ਜੀ 1 ਇਲੈਕਟ੍ਰੋਨ ਵੋਲਟ ਹੈ। ਹੁਣ ਡਿਫਰੈਂਟ ਮੈਗਨੇਟ ਹੋਣ, ਮਿਨੀਮਮ એનર્ਜੀ ਉਹਨਾਂ ਨੂੰ ਸੈਪਰੇਟ ਕਰਨ ਦੀ ਅਲੱਗ-ਅਲੱਗ ਹੋਏਗੀ। ਜਿੱਦਾਂ ਅਸੀਂ ਟੌਪ 'ਚ ਐਗਜ਼ਾਮਪਲ ਲਿਆ ਹੋਇਆ, ਛੋਟੀ ਮੈਗਨੇਟ ਹੈ, ਫਾਈ ਨੌਟ ਛੋਟਾ ਸਾਈਜ਼ ਨਾਲ ਦੱਸਿਆ ਹੋਇਆ ਹੈ। ਫਿਰ ਮੀਡੀਅਮ ਆ ਗਏ ਤਾਂ ਥੋੜ੍ਹਾ ਜਿਹਾ ਜ਼ਿਆਦਾ ਸਾਨੂੰ ਮਿਨੀਮਮ ਵਰਕ ਕਰਨਾ ਪੈਣਾ ਹੈ। ਉਹਦੇ ਬਾਅਦ ਬਹੁਤ ਜ਼ਿਆਦਾ ਅਟਰੈਕਟਿਵ ਫੋਰਸ ਹੈ, ਵੱਡੇ ਮੈਗਨੇਟ ਹਨ ਤਾਂ ਫਾਈ ਨੌਟ ਦੀ ਵੈਲਿਊ ਦੇਖੋ ਵੱਡੀ ਦਿਖਾਈ ਗਈ ਹੈ ਇੱਥੇ। ਇਹਦਾ ਮਤਲਬ ਕੀ ਹੈ, ਜਿਹੜੀ ਮਿਨੀਮਮ એનર્ਜੀ ਹੁਣ ਇਲੈਕਟ੍ਰੋਨ ਵਾਸਤੇ ਚਾਹੀਦੀ ਹੈ ਕੱਢਣ ਵਾਸਤੇ, ਉਹ ਜ਼ਿਆਦਾ ਹੈ। ਕਿਉਂ? ਅਟਰੈਕਟਿਵ ਫੋਰਸ ਜ਼ਿਆਦਾ ਹੈ। ਉਸੇ ਤਰ੍ਹਾਂ ਜੇ ਅਸੀਂ ਡਿਫਰੈਂਟ ਮੈਟਲਸ ਲਈਏ, ਉਹਨਾਂ ਦੇ ਇਲੈਕਟ੍ਰੋਨ ਨਿਊਕਲੀਅਸ ਨਾਲ ਡਿਫਰੈਂਟ ਫੋਰਸਿਸ ਨਾਲ ਜੁੜੇ ਹੋਣਗੇ, ਤਾਂ ਇੱਥੇ ਵੀ ਸਾਨੂੰ ਡਿਫਰੈਂਟ ਕੰਮ ਕਰਨਾ ਪਵੇਗਾ। ਇਹ ਨਹੀਂ ਕਿ ਤੁਸੀਂ ਸੀਜ਼ੀਅਮ ਮੈਟਲ ਲਿਆ, ਉੱਥੋਂ ਇਲੈਕਟ੍ਰੋਨ ਕੱਢਿਆ, ਤਾਂ ਉਹ ਸੇਮ ਹੀ ਮਿਨੀਮਮ ਵਰਕ ਕਿਸੇ ਹੋਰ ਮੈਟਲ 'ਤੇ ਵੀ ਕਰਨਾ ਪਵੇਗਾ। ਡਿਫਰੈਂਟ ਮੈਟਲ ਵਿਲ ਹੈਵ ਡਿਫਰੈਂਟ ਵਰਕ ਫੰਕਸ਼ਨ। ਇੱਥੇ ਐਗਜ਼ਾਮਪਲ ਦੇ ਤੌਰ 'ਤੇ ਅਸੀਂ ਮਿਨੀਮਮ ਵਰਕ ਜਿਹੜਾ ਹੈ ਫਾਈ ਨੌਟ ਵਰਕ ਫੰਕਸ਼ਨ ਲਿਖੇ ਹਨ 3 ਮੈਟਲਸ ਦੇ, ਸੀਜ਼ੀਅਮ, ਕੈਲਸ਼ੀਅਮ, ਨਿਕਲ। ਦੱਸ ਸਕਦੇ ਹੋ ਸਭ ਤੋਂ ਮੁਸ਼ਕਿਲ
ਇਲੈਕਟ੍ਰੋਨ ਕੱਢਣਾ ਕਿਸ ਐਲੀਮੈਂਟ ਤੋਂ ਹੈ? ਦੇਖੋ 5 ਨੋਟ ਦੀ ਵੈਲਿਊ ਨਿਕਲਦੀ 5.15 ਬਹੁਤ ਜ਼ਿਆਦਾ ਹੈ। ਸੀਜ਼ੀਅਮ ਦੀ ਦੇਖੋ 2.14 ਘੱਟ ਹੈ। ਯਾਨੀ ਕਿ ਸੀਜ਼ੀਅਮ ਤੋਂ ਇਲੈਕਟ੍ਰੋਨ ਐਮਿਟ ਕਰਵਾਉਣਾ ਆਸਾਨ ਹੈ ਡਿਊ ਟੂ ਲੈਸ ਫੋਰਸ। ਮੈਗਨੇਟ ਕਹਿ ਸਕਦੇ ਹਾਂ ਹਲਕਾ ਹੈ, ਬਟ ਸੀ ਨਿਕਲ ਇਟ ਇਜ਼ ਸਟਰੋਂਗ। ਜੇ ਅਸੀਂ ਕੰਪੇਅਰ ਕਰ ਰਹੇ ਹਾਂ ਤਾਂ ਕਿਉਂ? ਵੱਡਾ ਮੈਗਨੇਟ ਹੈ, ਜ਼ਿਆਦਾ ਜ਼ੋਰ ਦੀ ਖਿੱਚੇਗਾ, ਸਾਨੂੰ ਜਿਹੜਾ ਮਿਨੀਮਮ ਕੰਮ ਕਰਨਾ ਪਵੇਗਾ ਉਹ ਜ਼ਿਆਦਾ ਹੋਏਗਾ, ਵਰਕ ਫੰਕਸ਼ਨ ਜ਼ਿਆਦਾ ਹੈ। ਜਿਹੜਾ ਇਹ ਵਰਕ ਡਨ ਹੈ ਇਹ ਕੌਣ ਕਰ ਸਕਦਾ ਹੈ? ਕਿਆ ਤੁਹਾਨੂੰ ਕਰਨਾ ਪਵੇਗਾ? ਨਹੀਂ, ਸਾਡੇ ਕੋਲ 3 ਤਰੀਕੇ ਹਨ। ਅਸੀਂ ਇਲੈਕਟ੍ਰੋਨ ਐਮਿਸ਼ਨ ਜਿਹੜੀ ਹੈ, ਕਿਸੇ ਸਰਫੇਸ ਤੋਂ ਇਲੈਕਟ੍ਰੋਨ ਕੱਢਣਾ ਕਿਸੇ ਵੀ ਮੈਟਰ ਸਰਫੇਸ ਤੋਂ, ਤਾਂ ਅਸੀਂ ਇਹ ਜਿਹੜੀ ਫਾਈਨਾਈਟ ਐਨਰਜੀ ਹੈ, ਮਿਨੀਮਮ ਐਨਰਜੀ ਜਿਹੜੀ ਚਾਹੀਦੀ ਹੈ, ਉਹ 3 ਤਰੀਕੇ ਨਾਲ ਦੇ ਸਕਦੇ ਹਾਂ। ਜਿਹੜਾ ਪਹਿਲਾ ਤਰੀਕਾ ਹੈ ਉਹਦੇ 'ਚ ਅਸੀਂ ਸਰਫੇਸ ਨੂੰ ਜਾਂ ਮੈਟਲ ਨੂੰ ਹੀਟ ਕਰ ਦਿੰਦੇ ਹਾਂ। ਇਹਨੂੰ ਕਹਿੰਦੇ ਆ ਥਰਮੋਨਿਕ ਐਮਿਸ਼ਨ, ਯਾਨੀ ਕਿ ਥਰਮਲ ਮਤਲਬ ਹੀਟ ਦੇ ਕਾਰਨ ਐਮਿਸ਼ਨ। ਦ ਸੈਕਿੰਡ ਇਜ਼ ਫੀਲਡ ਐਮਿਸ਼ਨ। ਹੁਣ ਇੱਥੇ ਫੀਲਡ ਤੁਸੀਂ ਇਲੈਕਟ੍ਰਿਕ ਫੀਲਡ ਸਮਝੋ, ਥੱਲੇ ਬੈਟਰੀ ਸੈੱਲ ਲਾਈ ਹੋਈ ਹੈ ਇੱਕ ਦਿਖਾਉਣ ਵਾਸਤੇ ਯੈਲੋ ਕਲਰ 'ਚ, ਜਿੱਥੇ ਤੁਸੀਂ ਦੇਖੋ ਪੋਜ਼ੀਟਿਵ ਨੈਗੇਟਿਵ ਹੋਏਗਾ ਤਾਂ ਜਿਹੜਾ ਇਲੈਕਟ੍ਰੋਨ ਹੈ ਉਹਨੂੰ ਕੋਈ ਫੋਰਸ ਫੀਲ ਹੋਏਗੀ। ਅਸੀਂ ਫੋਰਸ ਵਧਾ ਦਈਏ ਤਾਂ ਇਲੈਕਟ੍ਰੋਨ ਆਪਣੀ ਅਟਰੈਕਸ਼ਨ ਐਟਮ ਨਾਲ ਛੱਡ ਕੇ ਸਾਡੇ ਕੋਲ ਆ ਜਾਏਗਾ, ਇਲੈਕਟ੍ਰਿਕ ਫੀਲਡ ਨਾਲ ਇਨਫਲੂਐਂਸ ਹੋ ਜਾਏਗਾ ਅਤੇ ਅਸੀਂ ਉਸ ਹਿਸਾਬ ਨਾਲ ਵੀ ਫੀਲਡ ਅਪਲਾਈ ਕਰਕੇ ਵੀ ਇਲੈਕਟ੍ਰੋਨ ਨੂੰ ਐਮਿਟ ਕਰਾ ਸਕਦੇ ਹਾਂ। ਜਿਹੜਾ ਇਸ ਚੈਪਟਰ 'ਚ ਪੜ੍ਹਨਾ ਹੈ ਦੈਟ ਇਜ਼ ਆਰ ਥਰਡ, ਯਾਨੀ ਕਿ ਅਸੀਂ ਜੇ ਇਹ ਨਾਰਮਲ ਟਾਰਚ ਲਾਈਟ ਸਰਫੇਸ 'ਤੇ ਮਾਰੀਏ ਤਾਂ ਉਸ ਕਾਰਨ ਵੀ ਕਿਆ ਇਲੈਕਟ੍ਰੋਨ ਐਮਿਟ ਹੋ ਸਕਦੇ ਹਨ? ਤਾਂ ਕਿਆ ਫੋਟੋਨਸ ਨਾਲ ਅਸੀਂ ਇਲੈਕਟ੍ਰੋਨ ਕੱਢ ਸਕਦੇ ਹਾਂ ਜਾਂ ਫੋਟੋ ਇਲੈਕਟ੍ਰਿਕ ਇਫੈਕਟ ਪੈਦਾ ਕਰ ਸਕਦੇ ਹਾਂ? ਇਹੀ ਸਾਡਾ ਨੈਕਸਟ ਵੀਡੀਓ ਦਾ ਟੌਪਿਕ ਹੋਏਗਾ।